ਮਨਜੀਤ ਸਿੰਘ ਬੋਪਾਰਾਏ ਦੀ ਪੁਸਤਕ ਜੋਤਿਸ਼ ਝੂਠ ਬੋਲਦਾ ਹੈ ਦਾ ਅਖੀਰਲਾ ਅੰਗ ਹੈ ਜ਼ਿੰਦਗੀ ਪ੍ਰਤੀ ਤਰਕਸ਼ੀਲ ਦ੍ਰਿਸ਼ਟੀਕੋਣ, ਮਾਨਸਿਕ ਅਨੁਭਵ ਤੇ ਮਨੁੱਖੀ ਵਿਸ਼ਵਾਸ। ਬੱਚੇ ਦਾ ਜਨਮ ਇੱਕ ਜੋੜੇ ਦੀ ਕੁਦਰਤੀ ਜੈਵਿਕ ਮਿਲਾਪ ਪ੍ਰਕਿਰਿਆ ਦਾ ਹੀ ਨਤੀਜਾ ਹੁੰਦਾ ਹੈ। ਬੱਚੇ ਦਾ ਆਪਣੇ ਜਨਮ ਉੱਪਰ ਨਾ ਤਾਂ ਕੋਈ ਕੰਟਰੋਲ ਹੁੰਦਾ ਹੈ ਤੇ ਨਾ ਹੀ ਉਹਦੀ ਕੋਈ ਮਰਜ਼ੀ ਹੁੰਦੀ ਹੈ। ਉਹ ਆਪਣੇ ਮਾਂ-ਬਾਪ, ਭਾਸ਼ਾ, ਧਰਮ, ਰੰਗ, ਦੇਸ਼, ਸਥਾਨ ਤੇ ਜਨਮ ਸਮੇਂ ਦੀ ਮਰਜ਼ੀ ਅਨੁਸਾਰ ਚੋਣ ਨਹੀਂ ਕਰ ਸਕਦਾ। ਜੇ ਬੱਚਾ ਈਸਾਈ ਜੋੜੇ ਦੇ ਹੁੰਦਾ ਹੈ, ਉਹਦੇ ਵਿਸ਼ਵਾਸ ਈਸਾਈਅਤ ਵਾਲੇ ਹੋਣਗੇ। ਜੇ ਹਿੰਦੂ ਜੋੜੇ ਦੇ ਜੰਮਦਾ ਹੈ, ਉਹਦੇ ਵਿਚਾਰ ਹਿੰਦੂਆਂ ਵਰਗੇ ਹੋਣਗੇ। ਇਹ ਤਰਸਯੋਗ ਗੱਲ ਹੈ ਕਿ ਕਿਵੇਂ ਇਹ ਵਿਸ਼ਵਾਸ ਇਸ ਬੱਚੇ ਨੂੰ ਹਿੰਦੂ, ਮੁਸਲਮਾਨ ਤੇ ਈਸਾਈ ਵਰਗਾਂ 'ਚ ਵੰਡ ਦਿੰਦੇ ਹੈ। ਮਨੁੱਖਤਾ ਦੀ ਇਹ ਗੈਰ ਕੁਦਰਤੀ ਵੱਡਾ ਦੁਖਾਂਤ ਹੈ ਕਿ ਬਹੁਤ ਹੀ ਲਾਹਨਤ ਤੇ ਸ਼ਰਮ ਵਾਲੀ ਗੱਲ ਹੈ ਕਿ ਭਾਵੇਂ ਲੋਕੀ ਜਦੋਂ ਆਜ਼ਾਦਾਨਾ ਤੌਰ ਤੇ ਵਿਚਰਨਾ ਤੇ ਸੋਚਣਾ ਆਰੰਭ ਕਰਦੇ ਆ ਤਾਂ ਉਹਨਾਂ ਲਈ ਆਪਣੇ ਵਿਸ਼ਵਾਸ ਤਿਆਗ ਦੇਣੇ ਜਾਂ ਬਦਲ ਲੈਣੇ ਸੰਭਵ ਹੈ। ਫਿਰ ਵੀ ਬਹੁਤ ਸਾਰੇ ਲੋਕੀ ਆਪਣੇ ਪੈਤਰੀ ਵਿਸ਼ਵਾਸਾਂ ਨਾਲ ਵਿਚਾਰਕ ਤੌਰ ਤੇ ਜੁੜੇ ਰਹਿੰਦੇ ਆ। ਵਿਸ਼ਵਾਸ ਸ਼ਰਧਾ ਉੱਪਰ ਨਿਰਭਰ ਕਰਦੇ ਆ। ਸ਼ਰਧਾ ਕਿਸੇ ਦਲੀਲ ਜਾਂ ਤਰਕ ਨੂੰ ਨਹੀਂ ਮੰਨਦੀ। ਜੇ ਸ਼ਰਧਾ ਨੇ ਦਲੀਲ ਤੇ ਤਰਕ ਦੀ ਉਲੰਘਣਾ ਕਰਨੀ ਵੀ ਹੈ ਤਾਂ ਕੀ ਉਹਨੂੰ ਸੱਚ ਦੀ ਉਲੰਘਣਾ ਵੀ ਕਰਨੀ ਚਾਹੀਦੀ ਹੈ। ਝੂਠ ਜਾਂ ਗੈਰ ਸੱਚ ਵਿੱਚ ਸ਼ਰਧਾ ਦਾ ਨਾਂ ਹੀ ਅੰਧ ਵਿਸ਼ਵਾਸ ਹੈ। ਸਮੁੱਚੇ ਸੰਸਾਰ 'ਚ ਲੋਕੀ ਮੂਰਖਤਾਪੂਰਨ ਢੰਗ ਨਾਲ ਸ਼ੁਭ ਅੰਕਾਂ, ਸ਼ੁਭ ਰੰਗਾਂ, ਸ਼ੁਭ ਨਗਾਂ, ਸ਼ੁਭ ਕਾਰਾਂ ਜਾਂ ਘਰਾਂ ਜਾਂ ਹੋਰ ਵਸਤੂਆਂ, ਸ਼ੁਭ ਸਮਿਆਂ, ਬੁਰੇ ਸਮਿਆਂ, ਚੰਗੇ ਦਿਨਾਂ, ਮੰਦੇ ਦਿਨਾਂ, ਗੁੱਡ ਫਰਾਈਡੇ, ਬਲੈਕ ਫਰਾਈਡੇ, ਬੁਰੀ ਨਜ਼ਰਾਂ, ਬਦਰੂਹਾਂ, ਜੋਤਿਸ਼, ਅੰਕ ਜੋਤਿਸ਼, ਹੱਥ ਰੇਖਾ, ਟੈਲੀਪੈਥੀ, ਚਮਤਕਾਰਾਂ, ਭਗਤੀ, ਮੰਤਰ, ਪ੍ਰਾਰਥਨਾ ਦੀ ਸ਼ਕਤੀ, ਪਵਿੱਤਰ ਰਾਖ, ਪਵਿੱਤਰ ਪਾਣੀ, ਪਵਿੱਤਰ ਤੀਰਥ ਸਥਾਨ, ਪਵਿੱਤਰ ਗ੍ਰੰਥ, ਪਵਿੱਤਰ ਸਾਧੂ ਸੰਤ, ਪਵਿੱਤਰ ਪਸ਼ੂ ਬਲੀਆਂ, ਚੜਾਵੇ ਵਰਗੀਆਂ ਕਿੰਨੀਆਂ ਹੀ ਹੋਰ ਗੱਲਾਂ 'ਚ ਵਿਸ਼ਵਾਸ ਕਰਦੇ ਆ। ਇਹੋ ਜਿਹੇ ਲੋਕ ਬਹੁ ਗਿਣਤੀ 'ਚ ਹੈ। ਸ਼ਾਇਦ ਇਸੇ ਕਰਕੇ ਉਹ ਸੁਣੇ ਹੋਏ ਜਾਂ ਲਿਖੇ ਹੋਏ ਨੂੰ ਪੜ੍ਹ ਕੇ ਹੂ ਬਹੂ ਅੰਧੀ ਸ਼ਰਧਾ ਨਾਲ ਮੰਨਣ 'ਚ ਵਿਸ਼ਵਾਸ ਕਰ ਲੈਣ ਦੀ ਕਮਜ਼ੋਰੀ ਦਾ ਸ਼ਿਕਾਰ ਹੁੰਦੇ ਆ। ਉਹ ਆਪਣੇ ਵਿਸ਼ਵਾਸਾਂ ਦੀ ਪਰਖ ਕਰਨ ਦੀ ਚਿੰਤਾ ਜਾਂ ਹੌਸਲਾ ਨਹੀਂ ਕਰਦੇ। ਕੁਦਰਤੀ ਤੇ ਦੁਨਿਆਵੀ ਬੇਯਕੀਨੀ, ਅਸੁਰੱਖਿਆ ਤੇ ਮਨੁੱਖੀ ਜੀਵਨ ਵਿਚਲੀਆਂ ਸੰਭਾਵਨਾਵਾਂ ਨਾਲ ਦਿਲ ਲੱਗੀ ਕਰਦੇ 7 ਕਿਸਮਾਂ ਦੇ ਵਿਸ਼ਵਾਸ ਨਕਲੀ ਅੰਧ ਵਿਸ਼ਵਾਸ ਹੀ ਹਨ। ਧੋਖਾ ਭਰਪੂਰ ਅਨੁਭਵ ਵਿਸ਼ਵਾਸ ਨੂੰ ਸ਼ਕਲ ਪ੍ਰਦਾਨ ਕਰਦੇ ਹੈ। ਵਿਸ਼ਵਾਸ ਸੋਚਣ ਢੰਗ ਨਿਰਧਾਰਤ ਕਰਦੇ ਹੈ। ਸਿਰਜਣਾਤਮਕ ਸੋਚਣੀ, ਉਸਾਰੂ ਸੋਚ ਦੁਨੀਆ ਨੂੰ ਨਵੇਂ ਰਾਹਾਂ ਤੇ ਤੈਰਦੀ ਹੈ। ਪੁਰਾਣੇ ਅਨੁਭਵਾਂ ਦੇ ਵਿਸ਼ਲੇਸ਼ਣ ਤੇ ਮੁਲਾਂਕਣ ਦੇ ਬਾਅਦ ਨਵੇਂ ਸੰਕਲਪਾਂ ਦੀ ਸਿਰਜਣਾ ਕਰਨ ਲਈ ਇੱਕ ਉਸਾਰੂ ਢੰਗ ਨਾਲ ਸੋਚਣ ਦੀ ਯੋਗਤਾ ਹੁੰਦੀ ਹੈ। ਪ੍ਰਗਤੀਸ਼ੀਲ ਵਿਚਾਰ ਸਿਰਜਣਾਤਮਕ ਸੋਚਣੀ ਦਾ ਨਤੀਜਾ ਹੁੰਦੇ ਹੈ। ਆਪਣੀ ਸਿਰਜਣਾਤਮਕ ਸੋਚਣੀ ਦੇ ਦਿਮਾਗ ਦੇ ਵਧੀਆ ਗੁਣਾਂ ਕਾਰਨ ਧਰਤੀ ਉੱਪਰ ਮਨੁੱਖ ਹੀ ਇੱਕੋ ਇੱਕ ਅਜਿਹਾ ਪ੍ਰਾਣੀ ਹੈ ਜਿਸ ਕੋਲ ਤਰੱਕੀ ਕਰਨ ਦੀ ਸਮਰੱਥਾ ਹੈ। ਕੁਦਰਤ ਵਿਰੁੱਧ ਵਿਚਰਦਿਆਂ ਜਿਹੜੀ ਤਰੱਕੀ ਮਨੁੱਖ ਨੇ ਕੀਤੀ ਹੈ, ਜੋ ਚੀਜ਼ਾਂ ਉਹਨੇ ਬਣਾਈਆਂ ਹੈ, ਉਹਦੀ ਸਿਰਜਣਾਤਮਕ ਸੋਚਣੀ ਦਾ ਹੀ ਸਿੱਟਾ ਹੈ। ਅਨੁਭਵ ਸੱਚੇ ਹੋ ਸਕਦੇ ਹੈ ਪਰ ਜ਼ਰੂਰੀ ਨਹੀਂ ਕਿ ਉਹ ਤੱਥਾਤਮਕ ਵੀ ਹੋਣ। ਕਈ ਅਨੁਭਵ ਸੱਚੇ ਵੀ ਤੇ ਅਸਲੀ ਵੀ ਹੁੰਦੇ ਆ ਤੇ ਜਿਹੜੇ ਅਨੁਭਵ ਸੱਚੇ ਤੇ ਅਸਲੀ ਹੁੰਦੇ ਆ ਉਹਨਾਂ ਨੂੰ ਕੋਈ ਵੀ ਪਰਖ ਸਕਦਾ ਹੈ। ਸੱਚੇ ਅਨੁਭਵ ਹਮੇਸ਼ਾ ਹੀ ਪਰਖ ਤੇ ਤਰਕ ਦੇ ਅਧੀਨ ਨਹੀਂ ਆਉਂਦੇ। ਸੱਚਾਈ ਤੇ ਅਸਲੀਅਤ ਦੇ ਆਧਾਰ ਉੱਤੇ ਅਨੁਭਵ 2 ਤਰ੍ਹਾਂ ਦੇ ਹੁੰਦੇ ਆ, ਵਸਤੂਗਤ, ਵਿਅਕਤੀਗਤ। ਲੇਖਕ, ਕਲਾਕਾਰ, ਐਕਟਰ, ਦਾਰਸ਼ਨਿਕ, ਧਰਮ ਸ਼ਾਸਤਰੀ ਆਮ ਤੌਰ ਤੇ ਵਿਅਕਤੀਗਤ ਸਿਰਜਣਾਤਮਕ ਸੋਚਣੀ ਵਾਲੇ ਹੁੰਦੇ ਆ ਕਿਉਂਕਿ ਉਹ ਗੈਰ ਅਸਲੀ ਜਾਂ ਗੈਰ ਹਕੀਕੀ ਨਜ਼ਾਰਿਆਂ ਦੀ ਕਲਪਨਾ ਕਰਕੇ ਆਪਣੇ ਵਿਚਾਰ ਪ੍ਰਾਪਤ ਕਰਦੇ ਹੈ। ਵਿਗਿਆਨੀ ਵਸਤੂਗਤ ਸਿਰਜਣਾਤਮਕ ਸੋਚਣੀ ਵਾਲੇ ਹੁੰਦੇ ਹੈ ਕਿਉਂਕਿ ਉਹਨਾਂ ਦੇ ਵਿਚਾਰਾਂ ਦਾ ਆਧਾਰ ਪ੍ਰਯੋਗ ਸਿੱਧ ਸਮੱਗਰੀ ਹੁੰਦੀ ਹੈ। ਪਹਿਲੀ ਕਿਸਮ ਦੇ ਵਿਚਾਰਵਾਨ ਕਲਪਨਾਵਾਦੀ ਹੁੰਦੇ ਆ ਜਦਕਿ ਪਿਛਲੀ ਕਿਸਮ ਦੇ ਹਕੀਕਤਵਾਦੀ ਵਿਚਾਰਵਾਨ ਆਖੇ ਜਾ ਸਕਦੇ ਹੈ। ਇੱਕ ਬੱਚਾ ਕ੍ਰਿਸਮਸ ਦੀ ਰਾਤ ਨੂੰ ਤੋਹਫੇ ਲੈ ਕੇ ਸਾਂਤਾ ਕਲੌਜ਼ ਦੇ ਉਹਦੇ ਕਮਰੇ 'ਚ ਪੁੱਜਣ ਦੇ ਚਮਤਕਾਰ 'ਚ ਵਿਸ਼ਵਾਸ ਕਰਦਾ ਹੈ। ਜਦੋਂ ਸਵੇਰੇ ਉਹ ਜਾਗਦਾ ਹੈ, ਆਪਣੇ ਕੋਲ ਤੋਹਫਿਆਂ ਦਾ ਢੇਰ ਵੇਖਦਾ ਤੇ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ। ਦੌੜ ਕੇ ਮੰਮੀ ਕੋਲ ਜਾਂਦਾ, ਆਖਦਾ, ਮੰਮੀ ਰਾਤੀ ਮੈਨੂੰ ਸਾਂਤਾ ਕਲੌਜ਼ ਨੇ ਤੋਹਫੇ ਦਿੱਤੇ ਢੇਰ ਸਾਰੇ। ਬੇਸ਼ੱਕ ਬੱਚਾ ਬਿਲਕੁਲ ਹੀ ਸੱਚ ਬੋਲ ਰਿਹਾ ਪਰ ਕਿਉਂਕਿ ਸ਼ਾਂਤਾ ਦੀ ਕੋਈ ਹੋਂਦ ਨਹੀਂ ਹੈ ਇਸ ਕਰਕੇ ਇਹ ਕਹਾਣੀ ਅਸਲੀ ਨਹੀਂ ਹੈ ਕਿਉਂਕਿ ਪਰਖ ਦੇ ਬਾਅਦ ਇਹ ਤੱਥ ਸਾਹਮਣੇ ਆ ਜਾਏਗਾ ਕਿ ਸਾਂਤਾ ਕਲੌਜ਼ ਨੇ ਤੋਹਫੇ ਨਹੀਂ ਸੀ ਦਿੱਤੇ। ਇਸੇ ਤਰ੍ਹਾਂ ਸਾਈਂ ਬਾਬਾ ਦਾ ਲਾਈਲੱਗ ਸ਼ਰਧਾਲੂ ਹਵਾ 'ਚੋਂ ਪਵਿੱਤਰ ਰਾਖ ਪੈਦਾ ਕਰਨ ਦੇ ਚਮਤਕਾਰ 'ਚ ਵਿਸ਼ਵਾਸ ਕਰਦਾ ਹੈ। ਜਦੋਂ ਸ਼ਰਧਾਲੂ ਹਵਾ 'ਚੋਂ ਪਵਿੱਤਰ ਰਾਖ ਉਹਨੂੰ ਦੇਣ ਦੀ ਕਹਾਣੀ ਦੱਸਦਾ ਹੈ, ਉਹ ਸੱਚ ਬੋਲ ਰਿਹਾ ਹੁੰਦਾ ਹੈ ਕਿਉਂਕਿ ਉਹਨੂੰ ਹਵਾ ਵਿੱਚ ਰਾਖ ਦਿੱਤੀ ਹੁੰਦੀ ਹੈ।
ਕਿਉਂਕਿ ਉਹਦਾ ਵਿਅਕਤੀਗਤ ਅਨੁਭਵ ਹੁੰਦਾ ਹੈ। ਸਾਈਂ ਬਾਬਾ ਦੀ ਤਲਾਸ਼ੀ ਲੈ ਕੇ ਵਿਖਾਇਆ ਜਾ ਸਕਦਾ ਹੈ ਕਿ ਇਹ ਕੋਈ ਚਮਤਕਾਰ ਨਹੀਂ, ਸਗੋਂ ਜਾਦੂਗਰੀ ਦਾ ਇੱਕ ਟ੍ਰਿਕ ਹੈ। ਜੇ ਚਮਤਕਾਰ ਝੂਠਾ ਸਿੱਧ ਹੋ ਜਾਏ ਤਾਂ ਸ਼ਰਧਾਲੂ ਵਾਲੀ ਕਹਾਣੀ ਵੀ ਖੁਦ ਬ ਖੁਦ ਝੂਠੀ ਸਿੱਧ ਹੋ ਜਾਂਦੀ ਹੈ। ਧੋਖੇਪੂਰਨ ਅਨੁਭਵਾਂ ਨੂੰ 3 ਗਰੁੱਪਾਂ 'ਚ ਵੰਡਿਆ ਜਾ ਸਕਦਾ ਹੈ: ਭੁਲੇਖੇ, ਭਰਮ ਤੇ ਵਹਿਮ। ਭੁਲੇਖੇ ਸਾਡੀਆਂ 5 ਗਿਆਨ ਇੰਦਰੀਆਂ 'ਤੇ ਆਧਾਰਿਤ ਅਸਾਧਾਰਨ ਸੰਵੇਦਨੀ ਪ੍ਰੀਖਣ ਨੂੰ ਭੁਲੇਖੇ ਆਖਿਆ ਜਾਂਦਾ ਹੈ। ਸੰਵੇਦਨੀ ਪ੍ਰੀਖਣ ਵਜੋਂ ਇੱਕ ਭੁਲੇਖਾ ਸੰਵੇਦਨੀ ਸਮੱਗਰੀ ਤੇ ਵਸਤੂਗਤ ਤੱਤ ਦਾ ਵਿਅਕਤੀਗਤ ਭੰਨ ਤੋੜ ਹੀ ਹੁੰਦਾ ਹੈ। ਅਸਾਧਾਰਨ ਮਨੋਵਿਗਿਆਨਕ ਇੱਕ ਭੁਲੇਖੇ ਦਾ ਭਾਵ ਹੁੰਦਾ ਹੈ ਪ੍ਰੀਖਣ ਦੇ ਤੱਤਾਂ ਦੀ ਗਲਤ ਵਿਆਖਿਆ, ਜਿਹੜੀ ਕਿ ਦਿਮਾਗ ਵਿਚਲੇ ਸੰਵੇਦਨੀ ਕੇਂਦਰਾਂ ਦੀ ਅਸਾਧਾਰਨ ਟੁੰਬੜੀ ਕਾਰਨ ਪੈਦਾ ਹੋਈ ਅਸੰਗਤੀਆਂ ਦਾ ਨਤੀਜਾ ਹੁੰਦੀ ਹੈ। ਅਜਿਹੇ ਭੁਲੇਖਿਆਂ ਨੂੰ, ਜਿਹੜੇ ਆਮ ਤੌਰ 'ਤੇ ਆਦਤਾਂ, ਝੁਕਾਵਾਂ, ਸੁਝਾਵਾਂ ਤੇ ਅਚੇਤ ਉਤੇਜਨਾਵਾਂ ਉੱਪਰ ਨਿਰਭਰ ਕਰਿਆ ਕਰਦੇ ਹਨ, ਕਦੇ-ਕਦੇ ਸਰਗਰਮ ਭੁਲੇਖੇ ਵੀ ਆਖ ਦਿੱਤਾ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਇੱਕ ਕਿਸਮ ਦੇ ਸਰਗਰਮ ਭੁਲੇਖੇ 'ਚ ਕੋਈ ਬਾਹਰੀ ਘਟਨਾ ਕਿਸੇ ਵਿਅਕਤੀ ਦੇ ਮਨ 'ਚ ਵਧਾ ਚੜ੍ਹਾ ਕੇ ਵਿਖਾਈ ਜਾ ਸਕਦੀ ਹੈ, ਜਿਵੇਂ ਕਿ ਹੌਲੀ-ਹੌਲੀ ਬੂਹੇ 'ਤੇ ਆਰਾਮ ਨਾਲ ਦਿੱਤੀ ਦਸਤਕ ਨੂੰ ਬਿਜਲੀ ਦੀ ਗਰਜ ਸਮਝ ਲੈਣ ਦਾ ਭੁਲੇਖਾ ਹੋ ਜਾਣਾ। ਸਰੀਰਕ ਮਨੋਵਿਗਿਆਨ 'ਚ ਭੁਲੇਖੇ ਦਾ ਭਾਵ ਲਿਆ ਜਾਂਦਾ ਹੈ ਪ੍ਰੀਖਣ ਦੇ ਅੰਗਾਂ ਵਿੱਚੋਂ ਕਿਸੇ ਸੰਗਠਨਾਤਮਕ ਜਾਂ ਕਾਰਜਾਤਮਕ ਵਿਸ਼ੇਸ਼ਤਾਵਾਂ ਦੀ ਸਿੱਟੇ ਵਜੋਂ ਪ੍ਰੀਖਣ ਦੇ ਤੱਤਾਂ ਦਾ ਉਲਟਾਇਆ ਜਾਣਾ। ਅਜਿਹੇ ਭੁਲੇਖੇ, ਜੋ ਕਿ ਕੁਦਰਤੀ ਤੇ ਜ਼ਰੂਰੀ ਹੁੰਦੇ ਹੈ, ਅਸਾਧਾਰਨ ਨਹੀਂ ਹੁੰਦੇ, ਨੂੰ ਕਦੇ-ਕਦੇ ਗੈਰ ਸਰਗਰਮ ਭੁਲੇਖਿਆਂ ਦੀ ਸੰਗਿਆ ਵੀ ਦੇ ਦਿੱਤੀ ਜਾਂਦੀ ਹੈ। ਇਹਨਾਂ 'ਚੋਂ ਬਹੁਤ ਮਹੱਤਵਪੂਰਨ ਭੁਲੇਖਿਆਂ ਦਾ ਸੰਬੰਧ ਛੋਹ ਤੇ ਨਜ਼ਰ ਦੇ ਭੁਲੇਖਿਆਂ ਨਾਲ ਹੁੰਦਾ ਹੈ। ਨਜ਼ਰ ਦੇ ਭੁਲੇਖਿਆਂ 'ਚ ਸਿਨੇਮੇ ਦੀਆਂ ਤਸਵੀਰਾਂ ਦਾ ਚਲਦੇ ਤੁਰਦੇ ਫਿਰਦੇ ਵਿਖਾਈ ਦੇਣਾ ਤੇ ਖਾਸ ਵਿਧੀ ਨਾਲ ਖਿੱਚੀਆਂ ਗਈਆਂ ਸਮਾਨਾਂਤਰ ਰੇਖਾਵਾਂ ਦਾ ਕੇਂਦਰ ਵਿੱਚੋਂ ਗੁਬਾਰੇ ਦੀ ਭਾਂਤੀ ਫੁੱਲਦੇ ਹੋਏ ਵਿਖਾਈ ਦੇਣਾ ਇਸ ਦੀਆਂ ਢੁਕਵੀਆਂ ਉਦਾਹਰਨਾਂ ਹਨ। ਜੇ ਸਫ਼ਰ ਕਰਦੇ ਸਮੇਂ ਬੱਸ ਵਿੱਚੋਂ ਬਾਹਰ ਵੇਖੀਏ ਤਾਂ ਦਰਖਤ ਪਿੱਛੇ ਨੂੰ ਦੌੜਦੇ ਹੋਏ ਵਿਖਾਈ ਦਿੰਦੇ ਹੈ। ਇਹ ਵੀ ਇੱਕ ਨਿਗਾਹ ਦਾ ਹੀ ਭੁਲੇਖਾ ਹੁੰਦਾ ਹੈ, ਕਿਉਂਕਿ ਦਰਅਸਲ ਦਰਖਤ ਖੜੇ ਹੁੰਦੇ ਹੈ, ਬੱਸ ਦੌੜ ਰਹੀ ਹੁੰਦੀ ਹੈ। ਜਾਦੂਗਰ ਵੱਲੋਂ ਦਿਖਾਏ ਜਾਂਦੇ ਟ੍ਰਿਕ ਤੇ ਚਮਤਕਾਰ ਆਖੇ ਜਾਂਦੇ ਵਰਤਾਰੇ ਜਿਹੜੇ ਉਹਨਾਂ ਵੱਲੋਂ ਕਰਕੇ ਵਿਖਾਏ ਜਾਂਦੇ ਆ, ਦਰਅਸਲ ਸਾਰੀ ਦ੍ਰਿਸ਼ਟੀ ਭੁਲੇਖੇ ਹੀ ਹੁੰਦੇ ਆ। ਸਾਰੇ ਚਮਤਕਾਰ ਸਾਂਤਾ ਕਲੌਜ਼ ਦੇ ਜਾਦੂ ਦੀ ਭਾਂਤੀ ਹੁੰਦੇ ਆ। ਰਸਗੁੱਲਾ ਖਾਣ ਤੋਂ ਮਗਰੋਂ ਚਾਹ ਦਾ ਫਿੱਕਾ ਸਵਾਦ, ਕਿੱਕਰਾਂ ਦੀ ਲੁੰਗ ਚੱਬਣ ਬਾਅਦ ਪਾਣੀ ਪੀਣ ਨਾਲ ਥੋੜ੍ਹਾ ਜਿਹਾ ਮਿੱਠਾ ਲੱਗਣਾ, ਇਹ ਸਭ ਸਵਾਦ ਸੰਬੰਧੀ ਭੁਲੇਖੇ ਹੁੰਦੇ ਆ। ਇਹਨਾਂ ਭੁਲੇਖਿਆਂ ਦੀ ਪਰਖ ਉਹਨਾਂ ਵਿਅਕਤੀਆਂ ਰਾਹੀਂ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਇਹ ਚੀਜ਼ਾਂ ਨਾ ਖਾਣੀਆਂ ਹੋਣ। ਕਈਆਂ ਨੂੰ ਦੇਵੀ ਦੇਵਤੇ, ਭੂਤ ਪ੍ਰੇਤ, ਸ਼ੈਤਾਨ, ਦੈਂਤ ਆਦਿ ਵਿਖਾਈ ਦੇਣ ਲੱਗਦੇ ਹੈ, ਜਦਕਿ ਇਹਨਾਂ ਦੀ ਕੋਈ ਹੋਂਦ ਨਹੀਂ ਹੁੰਦੀ। ਦ੍ਰਿਸ਼ਟੀ ਭੁਲੇਖਿਆਂ ਕਾਰਨ ਹੀ ਕਈਆਂ ਨੂੰ ਅਜਿਹੇ ਪਰਛਾਵੇਂ ਰਾਤ ਨੂੰ ਵਿਖਾਈ ਦਿੰਦੇ ਹੈ, ਕਈਆਂ ਨੂੰ ਦਿਨੇ ਵੀ ਵਿਖਾਈ ਦਿੰਦੇ ਹੈ। ਕਈ ਵਿਅਕਤੀ ਇਹਨਾਂ ਦੀ ਨੇੜਿਓਂ ਜਾ ਕੇ ਪਰਖ ਨਹੀਂ ਕਰਦੇ, ਕਿਉਂਕਿ ਉਹਨਾਂ ਦੇ ਮਨਾਂ 'ਚ ਪੁਰਾਣੇ ਸਮਿਆਂ ਤੋਂ ਹੀ ਇਹਨਾਂ ਸੰਬੰਧੀ ਕਈ ਤਰ੍ਹਾਂ ਦੇ ਡਰ ਪੈਦਾ ਕੀਤੇ ਗਏ ਹੈ। ਭਰਮ ਸਰੀਰਕ, ਰਸਾਇਣਕ, ਜੈਵਿਕ ਤੇ ਮਨੋਵਿਗਿਆਨਕ ਉਤੇਜਿਤ ਸਰਗਰਮੀਆਂ ਕਾਰਨ ਪੈਦਾ ਹੋਏ ਝੂਠੇ ਤੇ ਅਸਾਧਾਰਨ ਮਾਨਸਿਕ ਅਨੁਭਵਾਂ ਨੂੰ ਹੀ ਭਰਮ ਆਖਿਆ ਜਾਂਦਾ ਹੈ। ਜਿਵੇਂ ਕਿ ਆਮ ਜ਼ਿੰਦਗੀ 'ਚ ਵਾਪਰਦਾ ਹੈ, ਐਨ ਉਸੇ ਤਰ੍ਹਾਂ ਹੀ ਬਿਜਲੀ ਦੀਆਂ ਤਰੰਗਾਂ ਰਾਹੀਂ ਦਿਮਾਗ ਦੇ ਕਈ ਭਾਗਾਂ ਨੂੰ ਨਕਲੀ ਤੌਰ 'ਤੇ ਉਤੇਜਿਤ ਕਰਕੇ ਯੇਲ ਯੂਨੀਵਰਸਿਟੀ ਦੇ ਡਾਕਟਰ ਡੇਲਗਾਡੋ, ਸਵਿਟਜ਼ਰਲੈਂਡ ਦੇ ਡਾਕਟਰ ਵਾਲਟਰ ਹੈਸ, ਮਿਜ਼ੀਗਨ ਯੂਨੀਵਰਸਿਟੀ ਦੇ ਡਾਕਟਰ ਜੇਮਸ ਉਲਜ਼ ਨੇ ਤਜਰਬਿਆਂ ਰਾਹੀਂ ਮਨੁੱਖਾਂ 'ਚ ਬਨਾਵਟੀ ਤੌਰ 'ਤੇ ਭੁੱਖ, ਗੁੱਸਾ, ਡਰ, ਪ੍ਰੇਮ, ਨੀਂਦ, ਉਦਾਸੀ, ਖੁਸ਼ੀ, ਮੈਤਰੀ ਦੀ ਭਾਵਨਾ, ਭੁੱਖ, ਘਿਰਨਾ, ਆਨੰਦ ਆਦਿ ਵਰਗੀਆਂ ਭਾਵਨਾਵਾਂ ਪੂਰੀ ਕਾਮਯਾਬੀ ਨਾਲ ਪੈਦਾ ਕੀਤੀਆਂ। ਭਰਮ ਨੀਂਦ ਤੇ ਜਾਗਣ ਦੀ ਅਵਸਥਾ ਦੀ ਵਿਚਕਾਰਲੀ ਸਥਿਤੀ 'ਚ ਵੀ ਪੈਦਾ ਹੋ ਜਾਂਦੇ ਹੈ, ਜਾਂ ਥਕਾਵਟ ਤੇ ਬੇਆਰਾਮੀ ਦੀ ਸਥਿਤੀ ਵਿੱਚ ਵੀ ਇਹ ਭਰਮ ਪੈਦਾ ਹੋ ਸਕਦੇ ਹੈ। ਭਰਮ ਤਾਂ ਸੰਮੋਹਨ ਦੇ ਪ੍ਰਭਾਵ ਅਧੀਨ ਵੀ ਪੈਦਾ ਕੀਤੇ ਜਾ ਸਕਦੇ ਹੈ। ਦ੍ਰਿਸ਼ਟੀ ਇੰਦਰੀ, ਅੱਖਾਂ ਆਮ ਤੌਰ 'ਤੇ ਵੱਧ ਪ੍ਰਭਾਵਿਤ ਹੁੰਦੀਆਂ ਹੈ। ਸਥਾਈ ਜਾਂ ਲਗਾਤਾਰ ਰਹਿਣ ਵਾਲੇ ਭਰਮ ਸੀਜ਼ੋਫਰੇਨੀਆ ਦੇ ਲੱਛਣ ਹੁੰਦੇ ਆ ਤੇ ਇਸ ਬਿਮਾਰੀ ਦੇ ਰੋਗੀ ਅਕਸਰ ਗਾਲਾਂ ਕੱਢਦੀਆਂ ਤੇ ਕੋਈ ਕੰਮ ਕਰਨ ਦੇ ਹੁਕਮ ਦਿੰਦੀਆਂ ਆਵਾਜ਼ਾਂ ਸੁਣਦੇ ਹਨ ਤੇ ਉਹਨਾਂ ਬਾਰੇ ਕੋਈ ਹੋਰ ਪ੍ਰਤੀਕਿਰਿਆ ਵੀ ਕਰ ਸਕਦੇ ਹੈ। ਉਹ ਇਹਨਾਂ ਤੋਂ ਬਚਣ ਲਈ ਭੱਜ ਦੌੜ ਵੀ ਕਰ ਸਕਦੇ ਆ ਤੇ ਆਤਮ ਹੱਤਿਆ ਵੀ ਕਰ ਸਕਦੇ ਆ। ਭਰਮਾਂ ਭੁਲੇਖਿਆਂ ਨੂੰ ਇਸ ਤਰ੍ਹਾਂ ਵੱਖਰਾਇਆ ਜਾ ਸਕਦਾ ਹੈ ਕਿ ਸੱਚੇ ਅਨੁਭਵ ਦਾ ਗਲਤ ਪ੍ਰੀਖਣ ਹੁੰਦੇ ਹੈ ਤੇ ਮੈਕਸਾਲੀਨ, ਗਾਂਜਾ, LSD ਆਦਿ ਦਵਾਈਆਂ ਦੀ ਆਪ ਮੁਹਾਰੀ ਵਰਤੋਂ ਕਰਨ ਨਾਲ ਵੀ ਆਮ ਤੌਰ 'ਤੇ ਹੋਣ ਲੱਗ ਪੈਂਦੇ ਹੈ। ਰਸਾਇਣਿਕ ਤੌਰ 'ਤੇ
ਅਫੀਮ ਜਾਂ ਗਾਂਜੇ ਦੀ ਵਰਤੋਂ ਨਾਲ ਭਰਮ ਪੈਦਾ ਕੀਤੇ ਜਾ ਸਕਦੇ ਆ। ਸਾਡੇ ਦਾਦੇ ਪੜਦਾਦਿਆਂ ਨੂੰ ਇਸ ਢੰਗ ਨਾਲ ਭਰਮ ਪੈਦਾ ਕਰਨ ਦਾ ਗਿਆਨ ਹੁੰਦਾ ਸੀ। ਕਣਕ ਦੀ ਟਾਢੀ ਦੇ ਰੁਝੇਵਿਆਂ ਭਰੇ ਮੌਕੇ ਉੱਤੇ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਅਕਸਰ ਹੀ ਥੋੜ੍ਹੇ ਚਿਰ ਆਰਾਮ ਕਰਨ ਲਈ ਇਹਨਾਂ ਤਰੀਕਿਆਂ ਦੀ ਵਰਤੋਂ ਕਰਦੇ ਸੀ। ਹਿੰਦੂਆਂ ਦੇ ਕਈ ਮੰਦਰ ਇਸ ਕਰਕੇ ਮਸ਼ਹੂਰ ਹੈ ਕਿਉਂਕਿ ਪ੍ਰਸ਼ਾਦ ਲੈਣ ਤੇ ਖਾਣ ਦੇ ਬਾਅਦ ਸ਼ਰਧਾਲੂਆਂ 'ਚ ਇੱਕ ਵਿਸ਼ੇਸ਼ ਕਿਸਮ ਦੀ ਧਾਰਮਿਕ ਉਤੇਜਨਾ ਪੈਦਾ ਹੋ ਜਾਂਦੀ ਹੈ। ਸਿੱਖ ਭਾਈਚਾਰੇ 'ਚ ਨਿਹੰਗ ਸਿੰਘ ਵੀ ਅਜਿਹੀ ਉਤੇਜਨਾ ਲਿਆਉਣ ਲਈ ਅਕਸਰ ਗਾਂਜੇ ਦੀ ਵਰਤੋਂ ਕਰਦੇ ਹੈ, ਜਿਹਨੂੰ ਸੁੱਖਾ ਜਾਂ ਸੁੱਖ ਨਿਦਾਨ ਸੁੱਖੇ ਦਾ ਘੋਟਾ ਆਖਿਆ ਜਾਂਦਾ ਹੈ। ਇਸ ਨਾਲ ਉਹ ਕਲਪਿਤ ਸਵਰਗਾਂ ਦੇ ਝੂਟੇ ਲੈਂਦੇ ਹਨ ਅਤੇ ਜੇ ਭਾਰਤੀ ਸਰਕਾਰ ਰਾਜੇ ਉੱਪਰ ਪਾਬੰਦੀ ਲਾ ਦੇ ਅਤੇ ਉਹਨਾਂ ਦੇ ਇਸ ਪ੍ਰਸ਼ਾਦ ਨੂੰ ਵੀ ਰੋਕ ਲੱਗ ਜਾਏਗੀ। ਜੇ ਭਾਰਤੀ ਸਰਕਾਰ ਗਾਂਜੇ ਉੱਪਰ ਪਾਬੰਦੀ ਲਾ ਦੇ ਤਾਂ ਉਹਨਾਂ ਦੇ ਇਸ ਪ੍ਰਸ਼ਾਦ ਨੂੰ ਵੀ ਰੋਕ ਲੱਗ ਜਾਏਗੀ। ਆਮ ਵਿਸ਼ੇਸ਼ ਸਮਾਜਿਕ ਖੇਤਰਾਂ 'ਚ ਭੁਲੇਖੇ ਤਾਂ ਅਕਸਰ ਪੈਂਦੇ ਰਹਿੰਦੇ ਹੈ, ਜਦਕਿ ਭਰਮ ਘੱਟ ਹੀ ਸਮਾਜਿਕ ਵਰਤਾਰੇ ਸਮਝੇ ਜਾਂਦੇ ਹੈ। ਭਰਮਾਂ ਵਿੱਚ ਅਕਸਰ ਉਹਨਾਂ ਚੀਜ਼ਾਂ ਦਾ ਪਰੀਖਣ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਕੋਈ ਹੋਂਦ ਨਹੀਂ ਹੁੰਦੀ। ਭਰਮ ਪੰਜਾਂ ਗਿਆਨ ਇੰਦਰੀਆਂ ਦੀ ਇੱਕ ਪ੍ਰਤੱਖ ਗਲਤੀ ਹੁੰਦੀ ਹੈ। 12 ਅਕਤੂਬਰ 1990 ਨੂੰ ਲਿਜ਼ਮੋਰ ਦੀ ਜ਼ਿਲ੍ਹਾ ਅਦਾਲਤ NSW ਨੇ ਆਸਟ੍ਰੇਲੀਆ 'ਚ ਇੱਕ ਦਿਲਚਸਪ ਕੇਸ ਦਾ ਫੈਸਲਾ ਕੀਤਾ। ਇੱਕ ਜੱਜ ਨੇ ਇੱਕ ਵਿਅਕਤੀ ਵਿਰੁੱਧ ਗਾਂਜਾ ਪੀਣ ਕਾਰਨ ਚਲਾਏ ਜਾਣ ਵਾਲੇ ਮੁਕੱਦਮੇ ਨੂੰ ਧਾਰਮਿਕ ਕਾਰਨਾਂ ਕਰਕੇ ਖਾਰਿਜ ਕਰ ਦਿੱਤਾ। ਸਬੰਧਤ ਵਿਅਕਤੀ ਨੇ ਪਵਿੱਤਰ ਬੂਟੀ ਨੂੰ ਪੀਣ ਦੇ ਆਪਣੇ ਅਧਿਕਾਰ ਦੀ ਜਿੱਤ ਵਜੋਂ ਖੁਸ਼ੀ ਮਨਾਈ। ਬਿਨਾਂ ਕਿਸੇ ਵਕੀਲ ਦੀ ਮਦਦ ਦੇ ਲਿਜ਼ਮੋਰ ਦੀ ਅਦਾਲਤ ਵਿੱਚ ਆਪਣੀ ਵਿਸ਼ੇਸ਼ ਅਪੀਲ ਦੀ ਪੈਰਵੀ ਕਰਦਿਆਂ ਗਸ ਡੇਨੀਅਲ ਨੇ ਦੱਸਿਆ ਕਿ ਗਾਂਜਾ ਪੀਣਾ ਉਹਦੇ ਧਰਮ ਦਾ ਇੱਕ ਹਿੱਸਾ ਹੈ। ਆਪਣੇ ਬਚਾਓ ਪੱਖ 'ਚ ਉਹਨੇ ਬਾਈਬਲ 'ਚ ਹਵਾਲਾ ਦਿੰਦੇ ਆਖਿਆ ਕਿ ਰੱਬ ਨੇ ਬੂਟੀਆਂ ਮਨੁੱਖ ਦੀ ਸੇਵਾ ਵਾਸਤੇ ਉਗਾਈਆਂ। ਉਹਨੇ UNO ਦੇ ਮਨੁੱਖੀ ਅਧਿਕਾਰ ਸੰਬੰਧੀ ਚਾਰਟਰ ਵੀ ਵਿਖਾਇਆ। ਉਸ ਅਨੁਸਾਰ ਹਰ ਇੱਕ ਨੂੰ ਧਰਮ ਦੀ ਆਜ਼ਾਦੀ ਦਾ ਹੱਕ ਹੈ। ਮੈਂ ਬਹਿਸ ਕਰ ਸਕਦਾ ਸੀ ਕਿ ਰੱਬ ਨੇ ਬੈਕਟੀਰੀਆ ਮਨੁੱਖੀ ਨਸਲ ਦੀ ਸੇਵਾ ਕਰਨ ਹਿੱਤ ਉਹਨੂੰ ਖਤਮ ਕਰਨ ਲਈ ਪੈਦਾ ਕੀਤੀ ਹੈ। ਕੀ ਸਾਨੂੰ ਬੈਕਟੀਰੀਆ ਮਾਰਨੇ ਨਹੀਂ ਚਾਹੀਦੇ ਤਾਂ ਜੋ ਰੱਬ ਵੱਲੋਂ ਉਹਨਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਕਰਨ ਦਿੱਤੀ ਜਾਏ? ਰਾਸ ਡੇਨੀਅਲ ਜੀ ਦੀ ਉਮਰ 35 ਸਾਲਾਂ ਦੀ ਹੈ। ਇੱਕ ਅਫਰੀਕਨ ਈਸਾਈ ਫਿਰਕੇ ਨਾਲ ਸੰਬੰਧ ਰੱਖਦਾ ਹੈ। ਇਹ ਫਿਰਕਾ ਗਾਂਜੇ ਨੂੰ ਰੱਬ ਵੱਲੋਂ ਭੇਜਿਆ ਗਿਆ ਇੱਕ ਤੋਹਫਾ ਸਮਝਦਾ ਹੈ। ਅਪੀਲ ਦੀ ਸੁਣਵਾਈ ਉਪਰੰਤ ਜੱਜ ਨੇ ਉਹਨੂੰ 2 ਗ੍ਰਾਮ ਗਾਂਜਾ ਰੱਖਣ ਕਾਰਨ $100 ਜੁਰਮਾਨਾ ਕੀਤਾ। ਜੱਜ ਨੇ ਆਖਿਆ ਭਾਵੇਂ ਉਹਨੂੰ ਪਤਾ ਹੈ ਕਿ ਦੇਸ਼ ਸਿੱਧ ਹੋ ਚੁੱਕਿਆ ਹੈ ਪਰ ਅੱਗੇ ਮੁਕੱਦਮਾ ਨਹੀਂ ਚਲਾਏਗਾ ਕਿਉਂਕਿ ਉਸ ਵਿਅਕਤੀ ਦੇ ਗਾਂਜੇ ਦੇ ਬਿਮਾਰੀਆਂ ਦਾ ਇਲਾਜ ਕਰਨ ਵਾਲੇ ਗੁਣਾਂ 'ਚ ਧਾਰਮਿਕ ਵਿਸ਼ਵਾਸ ਉਚਿਤ ਹੈ। ਪਰ ਉਹਨੇ ਰਾਸ ਡੇਨੀਅਲ ਨੂੰ ਤਾੜਨਾ ਕੀਤੀ ਕਿ ਜੇ ਉਹ ਫਿਰ NSW ਆਸਟ੍ਰੇਲੀਆ 'ਚ ਗਾਂਜੇ ਨਾਲ ਫੜਿਆ ਗਿਆ ਤਾਂ ਉਹਨੂੰ ਜੇਲ੍ਹ ਦੀ ਹਵਾ ਖਾਣੀ ਪਏਗੀ। ਜੱਜ ਨੇ ਵਰਣਨ ਕੀਤਾ ਕਿ ਇਹ ਵਿਅਕਤੀ ਗਾਂਜੇ ਦੀ ਵਰਤੋਂ ਨੂੰ ਆਪਣਾ ਪਵਿੱਤਰ ਹੱਕ ਸਮਝਦਾ ਹੈ ਅਤੇ ਉਹਦੇ ਰੱਬ ਦੇ ਗਿਆਨ ਬਾਰੇ ਇਹ ਇੱਕ ਹਿੱਸਾ ਹੈ। ਜੱਜ ਨੇ ਹੋਰ ਵੀ ਲਿਖਿਆ ਕਿ ਇਸ ਫਿਰਕੇ ਅਨੁਸਾਰ ਉਚੇਰੀ ਚੇਤਨਾ ਹਾਸਲ ਕਰਨ ਲਈ ਗਾਂਜੇ ਦੀ ਵਰਤੋਂ ਕਰਨ ਦਾ ਸੰਕਲਪ ਇੱਕ ਅਸਲੀਅਤ ਹੈ। ਉਹਨੇ ਆਖਿਆ ਕਿ ਇਸ ਤਰ੍ਹਾਂ ਗਾਂਜੇ ਦੀ ਵਰਤੋਂ ਕਰਨ ਨੂੰ ਈਸਾ ਦੇ ਖੂਨ ਦਾ ਪ੍ਰਤੀਕ ਸਮਝ ਕੇ ਸ਼ਰਾਬ ਦੀ ਵਰਤੋਂ ਕਰਨ ਨਾਲ ਤੁਲਨਾ ਕੀਤੀ ਜਾਣੀ ਚਾਹੀਦੀ ਹੈ। ਬੇਸ਼ੱਕ ਰਾਸ ਡੇਨੀਅਲ ਨੇ ਆਪਣੇ ਧਰਮ ਤੋਂ ਗਾਂਜੇ ਦੀ ਅਸਾਧਾਰਨ ਧਾਰਮਿਕ ਉਤੇਜਨਾ ਵਾਲੇ ਅਨੁਭਵ ਮਹਿਸੂਸ ਕਰਨ ਲਈ ਵਰਤੋਂ ਕਰਨੀ ਸਿੱਖੀ ਸੀ। ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀ ਤਾਂ ਮੇਰੇ ਜਮਾਤੀਆਂ ਨੇ ਪਕੌੜਿਆਂ 'ਚ ਸੁੱਖਾ ਮਿਲਾ ਦਿੱਤਾ। ਮੇਰਾ ਪਹਿਲਾ ਅਨੁਭਵ ਸੀ। ਮੈਂ ਪੁਲਾੜ ਤੋਂ ਉੱਡ ਰਿਹਾ ਸੀ। ਕਲਪਿਤ ਦੈਂਤ ਮੈਨੂੰ ਕਲਪਿਤ ਨਰਕ ਵੱਲ ਧੂਈ ਜਾ ਰਹੇ ਸੀ। ਮੈਂ ਉਹਨਾਂ ਤੋਂ ਬਚਣ ਦੇ ਯਤਨ ਕਰ ਰਿਹਾ ਸੀ ਅਤੇ ਮੈਂ ਉੱਚੀ ਉੱਚੀ ਚੀਕਾਂ ਮਾਰ ਕੇ ਰੋ ਰਿਹਾ ਸੀ ਪਰ ਵਿਦਿਆਰਥੀ ਆਪਣੀ ਕਾਮਯਾਬੀ 'ਤੇ ਹੱਸ ਰਹੇ ਸੀ। ਪਹਿਲਾ ਅਨੁਭਵ ਅਤੇ ਮਾਤਰਾ ਵੱਧ ਹੋਣ ਕਰਕੇ ਮੈਨੂੰ ਆਮ ਹਾਲਤ 'ਚ ਆਉਣ ਲਈ ਕੋਈ 24 ਘੰਟੇ ਲੱਗ ਗਏ। ਹੁਣ ਸਾਨੂੰ ਭਰਮਾਂ ਦੇ ਜੈਵਿਕ ਕਾਰਨਾਂ ਬਾਰੇ ਵੀ ਜਾਣ ਲੈਣਾ ਚਾਹੀਦਾ ਹੈ। ਉਹ ਮਿਲਰ ਅਤੇ ਫਿਸ਼ਰ ਪ੍ਰੋਫੈਸਰਾਂ ਦੀਆਂ ਖੋਜਾਂ ਅਨੁਸਾਰ ਕ੍ਰੋਮੋਸੋਮਾਂ ਦੀ ਗੈਰ ਪ੍ਰਾਕਿਰਤਿਕ ਵੰਡ ਵੀ ਮਨੁੱਖ ਦੇ ਵਤੀਰੇ 'ਚ ਕਈ ਕਿਸਮ ਦੀਆਂ ਵਿਸ਼ੇਸ਼ ਅਸਾਧਾਰਨ ਤਬਦੀਲੀਆਂ ਪੈਦਾ ਕਰ ਦਿੰਦੀ ਹੈ। ਜਿਹੜੇ ਮਰਦਾਂ ਦੀ ਉਦਾਸੀ ਵਾਲੀ ਪ੍ਰਕਿਰਤੀ ਹੁੰਦੀ ਹੈ ਉਹਨਾਂ 'ਚ XX ਕ੍ਰੋਮੋਸੋਮਾਂ ਦੇ 22 ਜੋੜੇ ਅਤੇ XYY ਕ੍ਰੋਮੋਸੋਮਾਂ ਦਾ ਇੱਕ ਜੋੜਾ ਹੁੰਦਾ ਹੈ, ਜਦ ਕਿ ਸਧਾਰਨ ਵਿਅਕਤੀਆਂ 'ਚ 22XX ਕ੍ਰੋਮੋਸੋਮਾਂ ਦੇ ਜੋੜੇ ਅਤੇ ਇੱਕ X ਲਈ Y ਕ੍ਰੋਮੋਸੋਮਾਂ ਦਾ ਜੋੜਾ ਹੁੰਦਾ ਹੈ। ਵਿਸ਼ੇਸ਼ ਵਿਟਾਮਿਨਾਂ ਦੀ ਘਾਟ ਤੇ ਸਰੀਰ 'ਚ ਉਹਨਾਂ ਦੀ ਬੇਵਿਉਂਤੀ ਖਮੀਰਨ ਪ੍ਰਕਿਰਿਆ ਮਾਨਸਿਕ ਸੰਤੁਲਨ ਨੂੰ ਵਿਗਾੜ ਸਕਦੀ ਹੈ। ਸੀਜ਼ੋਫਰੇਨੀਆ, ਬੇਰੀ ਅਤੇ ਪਲੇਗ ਵਰਗੀਆਂ ਬਿਮਾਰੀਆਂ ਵਿੱਚ ਵਿਟਾਮਿਨਾਂ ਦੀ ਕਮੀ ਵਿਖਾਈ ਗਈ। ਵਿਸ਼ੇਸ਼ ਹਾਰਮੋਨਾਂ ਦਾ ਘਾਟਾ ਜਾਂ ਵਾਧਾ ਵੀ ਮਾਨਸਿਕ ਸੰਤੁਲਨ ਵਿਗਾੜ ਸਕਦਾ ਹੈ। ਪਾਗਲਪਨ ਦੇ ਦੌਰੇ ਸਮੇਂ
ਇਹਨਾਂ ਪੈ ਰਹੇ ਭਰਮਾਂ ਨੂੰ ਹੀ ਅਗਿਆਨੀ ਲੋਕਾਂ ਵੱਲੋਂ ਮਰ ਰਹੇ ਵਿਅਕਤੀ ਦੀ ਆਪਣੇ ਪੁਰਖਿਆਂ ਦੀਆਂ ਪਵਿੱਤਰ ਜਾਂ ਬੁਰੀਆਂ ਰੂਹਾਂ ਨੂੰ ਵੇਖ ਸਕਣ ਜਾਂ ਉਹਨਾਂ ਨਾਲ ਗੱਲਾਂ ਕਰਨ ਦੀ ਸਮਰੱਥਾ ਸਮਝ ਲਿਆ ਜਾਂਦਾ ਹੈ। ਅੰਤ 'ਚ ਇਹ ਦੱਸਣਾ ਠੀਕ ਹੀ ਰਹੇਗਾ ਕਿ ਮਨੋਵਿਗਿਆਨੀ ਚੰਗੀ ਤਰ੍ਹਾਂ ਜਾਣਦੇ ਹੈ ਕਿ ਸਮੋਹਨ ਸੁਝਾਵਾਂ ਤਹਿਤ ਵੀ ਭਰਮ ਪੈਦਾ ਕੀਤੇ ਜਾ ਸਕਦੇ ਆ। ਮਨੁੱਖੀ ਮਨ ਭਾਵਨਾਵਾਂ ਤੇ ਸੁਝਾਵਾਂ ਲਈ ਬਹੁਤ ਕੁਝ ਕਰ ਸਕਦਾ ਹੈ। ਸਵੈ ਸੁਝਾਅ ਤੇ ਦੂਸਰਿਆਂ ਦੇ ਸੁਝਾਵਾਂ ਨਾਲ ਸਮੋਹਨੀ ਭਰਮ ਪੈਦਾ ਕੀਤੇ ਜਾ ਸਕਦੇ ਆ। ਸਮੋਹਨ ਦੀ ਅਵਸਥਾ 'ਚ ਕਿਸੇ ਵਿਅਕਤੀ ਨੂੰ ਸਮੋਹਨ ਕਰਤਾ ਵੱਲੋਂ ਸੁਝਾਏ ਗਏ ਝੂਠੇ ਮਾਨਸਿਕ ਪਰੀਖਣ ਹੋ ਸਕਦੇ ਆ। ਸਮੋਹਨ ਰਾਹੀਂ ਕਈ ਤਰ੍ਹਾਂ ਦੇ ਮਾਨਸਿਕ ਵਿਕਾਰਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਪੂਜਾ ਕਰਨ ਜਾਂ ਸ਼ੈਤਾਨੀ ਨਾਚਾਂ, ਧਾਰਮਿਕ ਜਲਸੇ ਜਲੂਸ ਵਿੱਚ ਪੈਂਦੇ ਧਾਰਮਿਕ ਦੌਰਿਆਂ ਦੇ ਅਨੁਭਵ, ਪੂਜਾ ਰਾਹੀਂ ਇਲਾਜ, ਮੰਤਰਾਂ ਰਾਹੀਂ ਇਲਾਜ, ਪਵਿੱਤਰ ਪਾਣੀ ਪੀਣ ਨਾਲ ਇਲਾਜ, ਸਰੋਵਰਾਂ ਉੱਤੇ ਜਾ ਕੇ ਇਸ਼ਨਾਨ ਕਰਨ ਨਾਲ ਇਲਾਜ, ਬਲੀ ਚੜਾਵੇ ਆਦਿ ਰਾਹੀਂ ਇਲਾਜ ਦੇ ਸਾਰੇ ਢੰਗ ਕਿਸੇ ਸੰਵੇਦਨਸ਼ੀਲ ਮਨ ਵਾਲੇ ਵਿਅਕਤੀ ਵੱਲੋਂ ਸਵੈ ਸਮੋਹਨ ਜਾਂ ਦੂਸਰਿਆਂ ਦੇ ਸਮੋਹਨ ਅਵਸਥਾ 'ਚ ਮਹਿਸੂਸ ਕੀਤੇ ਜਾਂਦੇ ਪ੍ਰਭਾਵਾਂ ਦੇ ਸਿਵਾ ਹੋਰ ਕੁਝ ਨਹੀਂ ਹੁੰਦੇ। ਬਦਲੀ ਹੋਈ ਆਵਾਜ਼ ਜਾਂ ਤੋੜੀ ਮਰੋੜੀ ਭਾਸ਼ਾ ਵਿੱਚ ਬੋਲਣਾ ਗਲਾਸੋਲੋਲੀਆ ਨਾਂ ਦੀ ਇੱਕ ਬਿਮਾਰੀ ਹੁੰਦੀ ਹੈ। ਧਾਰਮਿਕ ਸਿਧਾਂਤੀਕਰਨ ਤੇ ਪੁਨਰ ਦਿਮਾਗ ਸਿਰਜਣ ਦੀਆਂ ਕਿਰਿਆਵਾਂ ਧੰਮੀ ਤੇ ਨਿਰੰਤਰ ਸਮੋਹਨ ਦੇ ਹੀ ਹੱਥ ਹੈ। ਬਿਰਤੀ ਲਾ ਕੇ ਭਗਤੀ ਕਰਦਿਆਂ ਜਾਂ ਧਿਆਨ 'ਚ ਮਗਨ ਹੋਣ ਸਮੇਂ ਕਈ ਵਿਅਕਤੀਆਂ ਵੱਲੋਂ ਬੋਲੇ ਗਈਆਂ ਗੱਲਾਂ ਅਸੰਤੁਲਿਤ ਦਿਮਾਗਾਂ ਵਾਲੇ ਵਿਅਕਤੀਆਂ ਦੇ ਭਰਮ ਹੀ ਹੁੰਦੇ ਹੈ ਤੇ ਉਹ ਕਿਸੇ ਕਿਸਮ ਦੀ ਰੱਬੀ ਰੌਸ਼ਨੀ ਜਾਂ ਰੱਬੀ ਬਾਬਾ ਹੋਣ ਦੇ ਪ੍ਰਤੀਕ ਨਹੀਂ ਹੁੰਦੇ। LSD ਤੇ ਗਾਂਜਾ ਵੀ ਅਜਿਹੇ ਪ੍ਰਭਾਵ ਪੈਦਾ ਕਰ ਸਕਦੇ ਹੈ ਜਿਹੜੇ ਨਿਊਰੋਟਿਕਸ ਜਾਂ ਸਾਈਕੋਟਿਕਸ ਭਗਤੀ ਤੇ ਅਸਰ ਤਹਿਤ ਰੱਬੀ ਬਾਣੀ ਸੁਣਨ, ਰੱਬੀ ਗਿਆਨ ਪ੍ਰਾਪਤ ਹੋਣ, ਚਮਤਕਾਰੀ ਦੇਵੀ ਸ਼ਕਤੀਆਂ ਦੇ ਸੁਆਮੀ ਹੋਣ ਤੇ ਨਾ ਜਾਣੇ ਜਾ ਸਕਣ ਵਾਲੇ ਭੇਦਾਂ ਨੂੰ ਜਾਣਨ ਦਾ ਦਾਅਵਾ ਕਰਦੇ। ਉਹ ਪੂਜਨਯੋਗ ਸੰਤ ਮਹਾਤਮਾ ਨਹੀਂ ਹਨ। ਵਹਿਮ ਸੁਭਰਾਂਤੀ ਅਨੁਭਵ ਮਨੋਵਿਗਿਆਨ ਦੇ ਐਨਸਾਈਕਲੋਪੀਡੀਆ ਅਨੁਸਾਰ ਸੁਭਰਾਂਤੀ ਤੋਂ ਭਾਵ ਹੁੰਦਾ ਹੈ ਵਰਗਲਾਇਆ ਹੋਇਆ ਵਹਿਮ ਵਿੱਚ ਘਿਰਿਆ ਹੋਇਆ। ਸੁਭਰਾਂਤੀ ਵਿਚਾਰਿਕ ਵਹਿਮ ਹੁੰਦੇ ਹੈ। ਇਹਨਾਂ ਦੀ ਵਰਤੋਂ ਸਿਜ਼ੋਫਰੇਨੀਆ ਦੇ ਵਿਕਾਰਾਂ ਤੱਕ ਹੀ ਸੀਮਤ ਨਹੀਂ ਕੀਤੀ ਜਾਣੀ ਚਾਹੀਦੀ। ਸੁਭਰਾਂਤੀ ਸਿਜ਼ੋਫਰੇਨੀਆ ਦੇ ਰੋਗਾਂ ਦਾ ਇੱਕ ਲੱਛਣ ਹੁੰਦਾ ਜਿਸ 'ਚ ਭੁੱਖ, ਨਿਸ਼ਾਨੀਆਂ, ਵਹਿਮ ਹੋ ਜਾਣਾ ਤੇ ਆਮ ਤੌਰ 'ਤੇ ਭਰਮਾਂ ਦਾ ਹੋ ਜਾਣਾ ਹੁੰਦੀਆਂ। ਦਿਓ ਤੇ ਦੈਂਤਾਂ, ਸ਼ੈਤਾਨਾਂ, ਦੇਵਤਿਆਂ, ਫਰਿਸ਼ਤਿਆਂ, ਜੋਤਿਸ਼ ਹੱਥ ਰੇਖਾ, ਅੰਕ, ਜੋਤਿਸ਼ ਧਾਗੇ, ਤਵੀਤ, ਟੂਣੇ, ਮਾਣੇ, ਪੁੰਨਦਾਨ, ਸਰਾਪ, ਆਸ਼ੀਰਵਾਦ, ਬੁਰੇ ਦਿਖਾਈ ਦੇਣੇ, ਬਲੀ ਦੇਣੀ, ਤੀਰਥ ਕਰਨੇ, ਤਾਸ਼ ਦੇ ਪੱਤੇ ਪੜ੍ਹ ਕੇ ਕਿਸਮਤ ਦੱਸਣੀ, ਸਟੋਵ ਦੇਵਤਾ, ਬੁੱਤ ਪੂਜਾ, ਟੈਲੀਪੈਥੀ, ਮੰਤਰ ਪੜ੍ਹਨੇ, ਪਵਿੱਤਰ ਪਾਣੀ, ਪਵਿੱਤਰ ਪਸ਼ੂ, ਪਵਿੱਤਰ ਵਸਤੂਆਂ, ਪਵਿੱਤਰ ਦਿਨ ਦਿਹਾੜੇ, ਨਰਕ, ਸਵਰਗ, ਪੁਨਰ ਜਨਮ, ਹਵਾ 'ਚ ਉੱਡਣਾ, ਪਵਿੱਤਰ ਹੋਣਾ, ਹਵਾ ਵਿੱਚੋਂ ਵਸਤੂਆਂ ਪੈਦਾ ਕਰਨਾ ਜਾਂ ਪ੍ਰਗਟ ਹੋ ਜਾਣਾ, ਰੂਹਾਂ ਦੀ ਦੇਹ ਬਦਲੀ, ਅਗਮ ਨਿਗਮ ਦੀ ਸੋਝੀ, ਪੂਰਵ ਜਾਣਕਾਰੀ ਹੋਣਾ, ਵਸਤੂਆਂ ਦੂਰ ਬੈਠੇ ਉਡਾ ਦੇਣੀਆਂ ਜਾਂ ਉਹਨਾਂ 'ਚ ਹਰਕਤ ਪੈਦਾ ਕਰ ਦੇਣੀ, ਸੂਰਜ ਤੇ ਚੰਦਰਮਾ ਨੂੰ ਅਰਗ ਚੜਾਉਣੇ ਤੇ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਿਰਫ ਵਹਿਮ ਹਨ। ਇੱਕ ਸੱਚਾਈ ਹੈ ਕਿ ਕੁਝ ਲੋਕੀ ਇਹ ਆਖਦੇ ਆ ਕਿ ਉਹਨਾਂ ਨੂੰ ਇਸ ਅੰਨੀ ਸ਼ਰਧਾ ਨਾਲ ਮਾਨਸਿਕ ਸ਼ਾਂਤੀ ਤੇ ਖੁਸ਼ੀ ਮਿਲਦੀ ਹੈ। ਇਹ ਵੀ ਸੱਚ ਹੈ ਕਿ ਅਜਿਹੀ ਸਿੱਟੇ ਨਸ਼ੀਲੀਆਂ ਚੀਜ਼ਾਂ ਵਰਤ ਕੇ ਵੀ ਪ੍ਰਾਪਤ ਕੀਤੇ ਜਾ ਸਕਦੇ ਹੈ। ਇਸ ਲਈ ਮਨ ਦੀ ਸ਼ਾਂਤੀ ਤੇ ਖੁਸ਼ੀ ਹਾਸਲ ਕਰਨ ਲਈ ਮੰਦਰਾਂ, ਗਿਰਜਿਆਂ, ਮਸਜਿਦਾਂ, ਗੁਰਦੁਆਰਿਆਂ, ਕਲੱਬਾਂ, ਮੈਖਾਨਿਆਂ ਵਿੱਚ ਕੋਈ ਅੰਤਰ ਨਹੀਂ। ਇਸ ਲਈ ਅੱਜ ਦੇ ਇਸ ਅਗਾਂਹ ਵਧੂ ਸਮਾਜ ਵਿੱਚ ਲੋਕੀ ਅਜਿਹੀ ਸ਼ਾਂਤੀ ਤੇ ਖੁਸ਼ੀ ਦੀ ਪ੍ਰਾਪਤੀ ਲਈ ਮੰਦਰਾਂ, ਗਿਰਜਿਆਂ, ਮਸਜਿਦਾਂ 'ਚ ਜਾਣ ਦੀ ਥਾਵੇਂ ਅਕਸਰ ਕਲੱਬਾਂ, ਹਾਤਿਆਂ ਜਾਂ ਮੈਖਾਨਿਆਂ 'ਚ ਅਕਸਰ ਵੇਖੇ ਜਾ ਸਕਦੇ ਹੈ। ਕਮਜ਼ੋਰ ਮਨਾਂ ਵਾਸਤੇ ਵਿਸ਼ਵਾਸ ਮਾਨਸਿਕ ਉਤੇਜਕ ਜਾਂ ਨਸ਼ੇ ਦੀ ਲੋੜ ਵਰਗੇ ਹੀ ਹੁੰਦੇ ਹੈ। ਹਿੰਦੂ, ਬੋਧੀ ਤੇ ਇਸਲਾਮੀ ਧਾਰਮਿਕ ਵਿਸ਼ਵਾਸ ਇੱਕ ਈਸਾਈ ਲਈ ਅੰਧ ਵਿਸ਼ਵਾਸ ਹੀ ਹੈ। ਇੰਝ ਹੀ ਹਿੰਦੂਆਂ ਤੇ ਮੁਸਲਮਾਨਾਂ ਵਾਸਤੇ ਈਸਾਈਆਂ ਦੇ ਵਿਸ਼ਵਾਸ ਸਿਰਫ ਅੰਧ ਵਿਸ਼ਵਾਸ ਹੀ ਹੈ। ਹੈਰਾਨੀ ਦੀ ਗੱਲ ਨਹੀਂ, ਪਰ ਸੱਚੀ ਮੁੱਚੀ ਮੇਰੇ ਵਾਸਤੇ ਤੇ ਮੇਰੇ ਵਰਗੇ ਲੱਖਾਂ ਹੀ ਹੋਰ ਮਾਨਵਤਾਵਾਦੀਆਂ ਤੇ ਤਰਕਸ਼ੀਲਾਂ ਵਾਸਤੇ ਸਾਰੇ ਧੋਖਾ ਭਰਪੂਰ ਅਨੁਭਵ ਤੇ ਵਿਸ਼ਵਾਸ ਹੀ ਹਨ। ਮਾਨਵਤਾਵਾਦੀ ਹੀ ਚਲਾਕ ਵਿਅਕਤੀਆਂ ਜਾਂ ਧੋਖਾ ਭਰਪੂਰ ਅਨੁਭਵਾਂ ਰਾਹੀਂ ਬਣਾਏ ਗਏ ਇਹਨਾਂ ਵਿਸ਼ਵਾਸੀਆਂ ਦੀ ਗੁਲਾਮੀ ਤੇ ਮੁਕਤ, ਕਾਮਯਾਬ, ਸ਼ਾਂਤੀ ਭਰੀ ਤੇ ਖੁਸ਼ੀਆਂ ਭਰਪੂਰ ਜ਼ਿੰਦਗੀ ਗੁਜ਼ਾਰਦੇ ਹਨ। ਮਾਨਵਤਾਵਾਦ ਬੁਨਿਆਦੀ ਤੇ ਅੰਤਿਮ ਕੁਦਰਤਵਾਦ ਹੈ। ਇਹ ਵਿਗਿਆਨ ਰੂਪੀ ਮੱਝ ਦਾ ਦੁੱਧ ਹੈ। ਕਾਮਯਾਬ, ਸ਼ਾਂਤਮਈ ਤੇ ਖੁਸ਼ੀ ਭਰਪੂਰ ਜੀਵਨ ਬਤੀਤ ਕਰਨ ਲਈ ਕਿਸੇ ਤਰ੍ਹਾਂ ਦੇ ਹਿੰਦੂਵਾਦ, ਇਸਲਾਮਵਾਦ, ਬੁੱਧੀਵਾਦ ਆਦਿ ਵਾਦਾਂ ਦੀ ਕੋਈ ਜ਼ਰੂਰਤ ਨਹੀਂ।
ਜਿਹੜੇ ਕਿ ਚਲਾਕ ਵਿਅਕਤੀਆਂ ਦੁਆਰਾ ਪੂਜਾ ਕਰਾਉਣ ਲਈ ਘੜੇ ਗਏ ਹਨ। ਇਹ ਵਾਦ ਗੈਰ ਇਖਲਾਕੀ, ਗੈਰ ਕੁਦਰਤੀ, ਗੈਰ ਮਾਨਵੀ ਆਧਾਰ 'ਤੇ ਮਾਨਵਤਾ ਦੀਆਂ ਕੀਤੀਆਂ ਹੋਈਆਂ ਵੰਡਾਂ ਹੀ ਹਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਵਾਦ ਤੇ ਇਹਨਾਂ ਦੇ ਪਵਿੱਤਰ ਸਥਾਨ ਹੀ ਨਸਲਾਂ ਦੇ ਕਾਤਲਾਂ ਦੇ ਬੇਰਹਿਮ ਬੁੱਚੜਖਾਨੇ ਬਣੇ। ਤੁਸੀਂ ਮੱਕਾ, ਗਾਬਾ, ਜੈਰੂਸਲਮ, ਰੋਮ ਵੱਲੀ ਵੇਖ ਕੇ ਸਮਝ ਸਕਦੇ ਹੋ। ਬਿਨਾਂ ਪੜਤਾਲ ਤੇ ਗੈਬੀ ਸ਼ਕਤੀਆਂ ਵਿਸ਼ਵਾਸ ਕਰਨਾ ਬੁਰਾ ਤਾਂ ਹੈ ਹੀ, ਗੈਰ ਕੁਦਰਤੀ ਵੀ ਹੈ। ਅਸਲੀ ਤਸਵੀਰ ਪੇਸ਼ ਕਰਨ ਲਈ ਪੜਤਾਲ ਕਰਨਾ ਇੱਕੋ ਵਿਗਿਆਨਕ ਢੰਗ ਹੈ। ਸਮਝਦਾਰ ਵਿਅਕਤੀ ਕਿਸੇ ਮੁੱਦੇ ਬਾਰੇ ਫੈਸਲਾ ਕਰਨ ਲਈ ਹਰ ਪੱਖ ਤੋਂ ਉਹਦਾ ਧਿਆਨਪੂਰਵਕ ਨਿਰੀਖਣ ਕਰਦੇ ਹੈ। ਮੂਰਖ, ਡਰਪੋਕ ਤੇ ਸੁਸਤ ਵਿਅਕਤੀ ਬਿਨਾਂ ਪਰਖ ਦੇ ਕਿਸੇ ਗੱਲ ਨੂੰ ਅੰਨੀ ਸ਼ਰਧਾ ਨਾਲ ਮੰਨਦੇ ਹੈ। ਅਜਿਹੇ ਲਾਇਲੱਗ ਲੋਕ ਹੀ ਇਸ ਤਰ੍ਹਾਂ ਦੀ ਅਸਥਾਈ ਤੇ ਗੈਰ ਹਕੀਕੀ ਸ਼ਾਂਤੀ ਤੇ ਤਸੱਲੀ ਵਾਸਤੇ ਆਪਣਾ ਬਹੁਤ ਸਾਰਾ ਕੀਮਤੀ ਸਮਾਂ, ਧਨ ਤੇ ਸ਼ਕਤੀ ਬਰਬਾਦ ਕਰਦੇ ਆ। ਸਫਲਤਾ ਤੇ ਅਸਫਲਤਾ। ਜਦੋਂ ਲੋਕਾਂ ਨੂੰ ਸਫਲਤਾ ਦਾ ਮੌਕਾ ਮਿਲ ਜਾਂਦਾ ਹੈ ਤਾਂ ਉਹ ਆਖਦੇ ਆ ਕਿ ਮੈਂ ਕਿੰਨਾ ਕਿਸਮਤ ਵਾਲਾ, ਪਰ ਜਦੋਂ ਉਹ ਮੌਕਾ ਹੱਥੋਂ ਗਵਾ ਬੈਠਦੇ ਆ ਤਾਂ ਆਖਦੇ ਆ ਕਿ ਬੜੀ ਮਾੜੀ ਕਿਸਮਤ। ਇਸ ਲਈ ਸਫਲਤਾ ਦੇ ਆਮ ਅਰਥ ਹੋਏ ਖੁਸ਼ਨਸੀਬੀ ਤੇ ਅਸਫਲਤਾ ਦੇ ਅਰਥ ਹੋਏ ਮਾੜੀ ਕਿਸਮਤ। ਇਹ ਖੁਸ਼ਨਸੀਬੀ ਸਫਲਤਾ ਜਾਂ ਮਾੜੀ ਕਿਸਮਤ ਅਸਫਲਤਾ ਲਿਆਉਣ ਲਈ ਕੌਣ ਜ਼ਿੰਮੇਵਾਰ ਹੈ? ਨਿਸ਼ਚਿਤ ਤੌਰ 'ਤੇ ਤੁਸੀਂ ਜਾਂ ਕਦੇ ਕਦਾਈ ਕੋਈ ਹੋਰ ਇਸ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਤੋਂ ਨਤੀਜਾ ਇਹ ਕੱਢਿਆ ਜਾ ਸਕਦਾ ਹੈ ਕਿ ਕਿਸਮਤ ਬਣਾਉਣ ਜਾਂ ਵਿਗਾੜਨ ਵਾਲੇ ਸਿਰਫ ਤੁਸੀਂ ਹੀ ਹੋ। ਪਦਾਰਥਕ ਅਸਫਲਤਾ, ਅਸੁਰੱਖਿਆ ਦੀ ਭਾਵਨਾ, ਕਮਜ਼ੋਰ ਸਿਹਤ, ਗਰੀਬੀ, ਉਦਾਸੀ, ਚਿੰਤਾ, ਚਿੜਚਿੜਾਪਨ, ਡਰ ਦੀ ਭਾਵਨਾ, ਸਵੈਮਾਨ ਦੀ ਘਾਟ ਦਾ ਕਾਰਨ ਬਣਦੀ ਹੈ। ਇਸ ਨਾਲ ਮਾਯੂਸੀ, ਉਦਾਸੀ, ਨਕਾਰਾਤਮਕ ਸੋਚਣੀ ਤੇ ਦੁਰਗਤੀ ਪੈਦਾ ਹੁੰਦੀ ਹੈ। ਇਸ ਨਾਲ ਜਰਾਇਗੀ ਰੁਝਾਨ, ਹਿੰਸਾ, ਮਾਰ ਧਾੜ, ਲੜਾਈ ਝਗੜੇ ਤੇ ਪਰਿਵਾਰਾਂ ਦੇ ਟੁੱਟਣ ਤੱਕ ਦੀ ਨੌਬਤ ਆ ਜਾਂਦੀ ਹੈ। ਇਹਦੇ ਉਲਟ ਪਦਾਰਥਕ ਕਾਮਯਾਬੀ ਨਾਲ ਸੁਰੱਖਿਆ ਦੀ ਭਾਵਨਾ, ਸੁੱਖਾਂ ਭਰੀ ਜ਼ਿੰਦਗੀ, ਆਜ਼ਾਦੀ ਤੇ ਸਵੈਮਾਨ, ਸਵੈ ਵਿਸ਼ਵਾਸ ਤੇ ਸਵੈ ਸਤਿਕਾਰ ਪੈਦਾ ਹੁੰਦੇ ਹੈ। ਇਸ ਨਾਲ ਹੀ ਸਮੁੰਦਰੀ ਕਿਨਾਰਿਆਂ ਉੱਪਰ ਵਾਕਿਆ ਕੋਠੀਆਂ, ਨਵੀਆਂ ਕਾਰਾਂ, ਆਧੁਨਿਕ ਸਹੂਲਤਾਂ, ਵਿਦੇਸ਼ਾਂ ਦੀ ਯਾਤਰਾ, ਨਿੱਘੀਆਂ ਸਰਦੀਆਂ, ਸੀਤ ਗਰਮੀਆਂ ਤੇ ਚੰਗੀਆਂ ਪੁਸ਼ਾਕਾਂ ਪਹਿਨੇ ਰੱਜੇ ਪੁੱਜੇ ਬੱਚਿਆਂ ਦੀ ਪ੍ਰਾਪਤੀ ਵੀ ਹੁੰਦੀ ਹੈ। ਸਫਲਤਾ ਨਾਲੋਂ ਵੱਧ ਕੁਝ ਵੀ ਚੰਗਾ ਨਹੀਂ ਹੋ ਸਕਦਾ। ਕਾਮਯਾਬ ਹੋਣਾ ਹਮੇਸ਼ਾ ਹੀ ਨਾਕਾਮਯਾਬ ਹੋਣ ਨਾਲੋਂ ਵਧੀਆ ਹੁੰਦਾ ਹੈ। ਧੰਨਵਾਦ।